ਅੱਜ ਅਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਜੋ ਵਰਤਾਰਾ ਸੀ, ਫਿਨੋਮੀਨਾ ਸੀ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਕਿਸ ਤਰ੍ਹਾਂ ਨਾਲ ਅਸੀਂ ਇਸ ਦਾ ਫਾਇਦਾ ਉਠਾਉਣ ਤੋਂ ਵਾਂਝੇ ਰਹਿ ਗਏ, ਇਸ ਦੇ ਬਾਰੇ ਵੀ ਜ਼ਿਕਰ ਕਰਾਂਗੇ। ਜੇ ਅਸੀਂ ਪੁਰਾਤਨ ਇਤਿਹਾਸ ਦੇ ਉੱਤੇ ਨਿਗਾਹ ਮਾਰੀਏ ਤਾਂ ਸਾਨੂੰ ਦਿਸਦਾ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਗੁਰੂ ਸਾਹਿਬ ਨੇ ਸਿਆਸਤ ਦੇ ਵਿੱਚ ਇੱਕ ਨਵੀਂ ਰੌਂ ਹਿੰਦੁਸਤਾਨ ਦੇ ਵਿੱਚ ਸ਼ੁਰੂ ਕੀਤੀ ਸੀ। ਉਹ ਰੌਂ ਇਹ ਸੀ ਕਿ ਕੇਵਲ ਸ੍ਰੀ ਅਕਾਲ ਪੁਰਖ ਹੀ ਸੱਚਾ ਪਾਤਸ਼ਾਹ ਹੈ ਔਰ ਬਾਕੀ ਦੇ ਲੋਕ ਉਸ ਦੀ ਸਾਰੇ ਪ੍ਰਜਾ ਹਨ। ਕੋ ਹਰ ਸਮਾਨ ਨਹੀਂ ਰਾਜਾ। ਔਰ ਜਿਹੜੇ ਰਾਜੇ ਸੀਗੇ ਉਹਨਾਂ ਦੇ ਬਾਰੇ ਗੁਰੂ ਸਾਹਿਬ ਨੇ ਫਰਮਾਇਆ, ਜੋ ਆਪਣੇ ਆਪ ਲੋਕਾਂ ਦੇ ਉੱਤੇ ਰਾਜ ਕਰਨ ਦਾ ਹੱਕ ਪ੍ਰਾਪਤ ਕਰੀ ਫਿਰਦੇ ਸਨ, ਉਹਨਾਂ ਦੇ ਬਾਰੇ ਗੁਰੂ ਸਾਹਿਬ ਨੇ ਫਰਮਾਇਆ ਕਿ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਗਲਤ ਦਾਅਵੇ ਕਰ ਰਹੇ, ਝੂਠੇ ਦਾਅਵੇ ਕਰ ਰਹੇ ਨੇ, ਇਹਨਾਂ ਨੂੰ ਕਿਸੇ ਦੇ ਉੱਤੇ ਰਾਜ ਕਰਨ ਦਾ ਕੋਈ ਹੱਕ ਨਹੀਂ। ਤਾਂ ਇਸ ਨੇ ਜਿਹੜਾ ਸਿਆਸੀ ਪੱਖ ਸੀ ਸਿੱਖ ਧਰਮ ਦਾ, ਇਹ ਮੂਰਤੀਮਾਨ ਹੋਇਆ ਜਾ ਕੇ 1699 ਦੀ ਵਿਸਾਖੀ ਦੇ ਵਿੱਚ। ਉਸ ਦੇ ਵਿੱਚ ਇਸ ਦੀ ਨੁਹਾਰ ਪ੍ਰਗਟ ਹੋ ਕੇ ਲੋਕਾਂ ਦੇ ਸਾਹਮਣੇ ਆਈ। ਸੱਚੇ ਪਾਤਸ਼ਾਹ ਨੇ ਫਰਮਾਇਆ ਕਿ ਸਾਰੇ ਲੋਕ ਆਪਸ ਦੇ ਵਿੱਚ ਮਿਲ ਕੇ ਪੰਚਾਇਤੀ ਕਿਸਮ ਦਾ ਰਾਜ ਸਥਾਪਿਤ ਕਰਨ। 5 ਪਿਆਰੇ ਚੁਣੇ ਗਏ ਸਨ, ਉਸ ਦੇ ਪ੍ਰਤੀਕ ਸਨ ਕਿ ਕਿਸੇ ਇੱਕ ਆਦਮੀ ਦਾ ਕਿਸੇ ਦੇ ਉੱਤੇ ਰਾਜ ਨਾ ਹੋਵੇ, ਬਲਕਿ ਸਭ ਦਾ ਸਾਂਝਾ ਰਾਜ ਸਭ ਦੇ ਉੱਤੇ ਹੋਵੇ। ਔਰ ਧਰਮ ਦੇ ਵਿੱਚ, ਸਿਆਸਤ ਦੇ ਵਿੱਚ, ਸਮਾਜ ਦੇ ਵਿੱਚ, ਬਾਕੀ ਸਾਰੀ ਜਗ੍ਹਾ ਇਹ ਜਿਹੜਾ ਇੱਕ ਅਧਿਕਾਰ ਵਾਲਾ ਮਸਲਾ ਸੀ, ਇਹ ਸਦਾ ਲਈ ਖਤਮ ਕਰ ਦਿੱਤਾ ਗਿਆ ਤੇ ਹੁਣ ਤੋਂ ਸਾਰੇ ਦੇ ਸਾਰੇ ਲੋਕ ਆਪਸ ਦੇ ਵਿੱਚ ਬਰਾਬਰ ਹੋ ਗਏ। ਇਸ ਦੇ ਵਿੱਚ ਜਿਹੜੀ ਅੜਚਨ ਆਉਂਦੀ ਸੀ ਪਿਛਲੇ ਸਮਿਆਂ ਦੇ ਵਿੱਚ, ਉਹ ਇਹੀ ਜਾਤ ਪਾਤ ਦੀ ਅੜਚਨ ਸੀ ਕਿ ਕੁਝ ਲੋਕ ਨੀਵੇਂ ਹਨ, ਕੁਝ ਲੋਕ ਉੱਚੇ ਹਨ ਔਰ ਜਿਹੜੇ ਉੱਚੇ ਨੇ ਉਹਨਾਂ ਨੇ ਸਦਾ ਉੱਚੇ ਰਹਿਣਾ ਹੈ, ਉਹਨਾਂ ਨੂੰ ਸਦਾ ਉੱਚੇ ਰੱਖਣਾ ਨੀਵੇਂ ਲੋਕਾਂ ਦਾ ਫਰਜ਼ ਹੈ। ਸੋ ਇਸ ਤਰ੍ਹਾਂ ਦੀਆਂ ਇਹ ਫਰਜ਼ੀ ਗੱਲਾਂ ਜਿਨ੍ਹਾਂ ਦੇ ਉੱਤੇ ਇਹ ਰਾਜ ਆਧਾਰਿਤ ਹੁੰਦੇ ਸਨ, ਉਹ ਸਾਰੀਆਂ ਗੁਰੂ ਸਾਹਿਬ ਨੇ ਭਰਮ ਵਹਿਮ ਕਹਿ ਕੇ ਖਤਮ ਕਰ ਦਿੱਤੀਆਂ ਔਰ ਭਰਮਨਾਸ਼ ਖਾਲਸਾ ਸਥਾਪਿਤ ਕੀਤਾ 1699 ਦੀ ਵਿਸਾਖੀ ਨੂੰ। ਉਸ ਤੋਂ ਬਾਅਦ ਜਦੋਂ ਤੱਕ ਅਸੀਂ ਇਸ ਲੋਕ ਰਾਜੀ ਸੰਕਲਪ ਦੇ ਨੇੜੇ ਤੇੜੇ ਰਹੇ, ਉਨੀ ਦੇਰ ਤੱਕ ਸਾਡੀ ਬੜੀ ਚੜ੍ਹਦੀ ਕਲਾ ਹੋਈ ਔਰ ਸਾਡੀ ਐਸੀ ਸ਼ਕਤੀ ਬਣ ਗਈ ਕਿ ਤਕਰੀਬਨ ਉਸ ਵੇਲੇ ਦੇ ਰਾਜੇ ਇਤਿਹਾਤ ਸਨ। ਜੇ ਉਹਨਾਂ ਦੀਆਂ ਫੌਜਾਂ ਦੀ ਲਿਸਟ ਦੇਖੋ ਤਾਂ ਉਹ ਬੜੇ ਛੋਟੇ ਛੋਟੇ ਲੋਕ ਸਨ। ਕਿਸੇ ਦੇ ਕੋਲ 20,000 ਫੌਜ ਸੀ। ਗਾਇਕਵਾੜ ਤੇ ਹੋਰ ਜਿਹੜੇ ਵੱਡੇ ਵੱਡੇ ਰਾਜੇ ਹਿੰਦੁਸਤਾਨ ਦੇ ਸਨ, ਉਹਨਾਂ ਦੇ ਕੋਲ ਵੀ 15-20,000 ਤੋਂ ਵੱਧ 1820-25 ਦੇ ਲਾਗੇ ਫੌਜ ਨਹੀਂ ਸੀ। ਲੇਕਿਨ ਖਾਲਸੇ ਕੋਲੇ ਉਸ ਵੇਲੇ, ਉਸ ਤੋਂ ਵੀ ਪਹਿਲਾਂ 1799 ਦੇ ਵਿੱਚ, ਇਸ ਤੋਂ ਪਹਿਲਾਂ ਵੀ ਤੇ ਬਾਅਦ ਵੀ ਖਾਲਸੇ ਦੇ ਕੋਲ 1.25 ਲੱਖ ਘੋੜਸਵਾਰ ਸੀ। ਸੋ ਇਹ ਇੰਨੀ ਵੱਡੀ ਫੌਜ ਸੀ ਕਿ ਜਿਸ ਤਰ੍ਹਾਂ ਇੱਕ ਅੰਗਰੇਜ਼ ਰਸਾਲੇ ਨੇ ਅਸੈਸਮੈਂਟ ਕੀਤੀ ਕਿ ਜੇ ਸਿੱਖ ਚਾਹੁੰਦੇ ਤਾਂ ਉਹ ਸਾਰੇ ਦੇ ਸਾਰੇ ਏਸ਼ੀਆ ਦੇ ਉੱਤੇ ਕਬਜ਼ਾ ਕਰ ਸਕਦੇ ਸੀ। ਲੇਕਿਨ ਇਹ ਚਾਹੁੰਦੇ ਨਹੀਂ ਸਨ। ਇਹ ਚਾਹੁੰਦੇ ਸਨ ਕਿ ਸਾਡੀ ਜਿਹੜੀ ਆਪਣਾ ਇਲਾਕਾ ਹੈ, ਜਿੱਥੇ ਸਾਡੀ ਆਪਣੀ ਵਸੋਂ ਹੈ, ਇਹ ਇਲਾਕਾ ਸੇਫ ਹੋਵੇ ਔਰ ਇਸ ਦੇ ਉੱਤੇ ਕੋਈ ਹਮਲਾਵਰ ਹਮਲਾ ਨਾ ਕਰ ਸਕੇ। ਇਹ ਆਪਣੀ ਨੈਚੁਰਲ ਬਾਉਂਡਰੀਜ਼ ਜੋ ਇਹਦੇ ਆਲੇ ਦੁਆਲੇ ਪਹਾੜਾਂ ਦੀਆਂ ਅਤੇ ਦਰਿਆਵਾਂ ਦੀਆਂ ਸਨ, ਇਹਨਾਂ ਦੇ ਵਿੱਚ ਰਹਿ ਕੇ ਸੰਤੁਸ਼ਟ ਸਨ। ਇਸ ਕਰਕੇ ਇਹਨਾਂ ਨੇ ਦੂਸਰੇ ਇਲਾਕਿਆਂ ਉੱਤੇ ਕਬਜ਼ਾ ਨਹੀਂ ਕੀਤਾ। ਲੇਕਿਨ ਇਹ ਸਾਡੀ ਸ਼ਕਤੀ ਇੱਕ ਬਹੁਤ ਵੱਡੀ ਬਣ ਗਈ ਸੀ, ਸਿਰਫ ਇਸ ਆਧਾਰ ਦੇ ਉੱਤੇ ਕਿ ਗੁਰੂ ਸਾਹਿਬ ਦੇ ਹੁਕਮਾਂ ਦੇ ਉੱਤੇ ਚੱਲਦੇ ਹੋਏ ਅਸੀਂ ਲੋਕ ਰਾਜ ਨੂੰ ਇੱਥੇ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਹੋ ਗਏ ਸਾਂ। ਉਸ ਤੋਂ ਬਾਅਦ ਆਇਆ ਪੀਰੀਅਡ ਰਣਜੀਤ ਸਿੰਘ ਦਾ, ਜਿਸ ਦੇ ਵਿੱਚ ਕਈ ਕੁਤਾਹੀਆਂ ਹੋਈਆਂ, ਜਿਨ੍ਹਾਂ ਦਾ ਜ਼ਿਕਰ ਅਸੀਂ ਕਈ ਵਾਰ ਕੀਤਾ ਹੈ ਅਤੇ ਕਈ ਸਾਰੇ ਜਗ੍ਹਾ ਦੇ ਉੱਤੇ ਲਿਖਿਆ ਇਤਿਹਾਦ ਹੈ। ਉਸ ਦੇ ਬਾਰੇ ਇੱਥੇ ਗੱਲ ਨਹੀਂ ਕਰਦੇ। ਲੇਕਿਨ ਉਸ ਤੋਂ ਬਾਅਦ ਕੀ ਹੋਇਆ ਕਿ ਸਾਡੇ ਵਿੱਚ ਇਹ ਰਣਜੀਤ ਸਿੰਘ ਦਾ ਕਰਕੇ, ਰਣਜੀਤ ਸਿੰਘ ਇੱਕ ਬੜਾ ਸਫਲ ਰਾਜਾ ਸੀ। ਉਹ ਸਿੱਖੀ ਦੇ ਬਹੁਤ ਨੇੜੇ ਤੇੜੇ ਰਹਿ ਕੇ ਰਾਜ ਕਰਦਾ ਸੀ ਔਰ ਸਿੱਖੀ ਕਦਰਾਂ ਕੀਮਤਾਂ ਮੰਨਣੀਆਂ ਪੈਂਦੀਆਂ ਸਨ। ਉਸ ਦੀ ਮਜਬੂਰੀ ਵੀ ਸੀ ਅਤੇ ਉਸ ਦੇ ਸ਼ਾਇਦ ਆਪਣੇ ਮਨ ਦੇ ਵਿੱਚ ਇਹਨਾਂ ਵਾਸਤੇ ਬਹੁਤ ਆਦਰ ਵੀ ਸੀ। ਤਾਂ ਇਸੇ ਕਰਕੇ ਉਹ ਕਾਫੀ ਮਸ਼ਹੂਰ ਹੋ ਗਿਆ ਔਰ ਸਿੱਖਾਂ ਦੇ ਵਿੱਚ ਉਹੀ ਰਾਜੇ ਦੀ ਪ੍ਰਥਾ ਫੇਰ ਚੱਲਣ ਲੱਗ ਪਈ।
ਹਾਲਾਂਕਿ ਰਣਜੀਤ ਸਿੰਘ ਨੇ ਕਦੇ ਆਪਣੇ ਆਪ ਨੂੰ ਮਹਾਰਾਜਾ ਨਹੀਂ ਖਵਾਇਆ ਤੇ ਨਾ ਹੀ ਉਸਨੇ ਕੋਈ ਗੱਦੀ ਬਣਾਈ ਆਪਣੀ, ਨਾ ਕੋਈ ਰਾਜ ਦੰਡ, ਨਾ ਕੋਈ ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਸੀ। ਜਿੰਨੀਆਂ ਵੀ ਅੰਗਰੇਜ਼ਾਂ ਦੇ ਨਾਲ ਸੰਧੀਆਂ ਹੋਈਆਂ ਉਹਨਾਂ ਦੇ ਵਿੱਚ ਉਸ ਨੂੰ ਸਰਦਾਰ ਰਣਜੀਤ ਸਿੰਘ ਹੀ ਲਿਖਿਆ ਗਿਆ ਹੈ। ਰਣਜੀਤ ਸਿੰਘ ਇੱਕ ਬਹੁਤ ਵੱਡਾ ਇਨਸਾਨ ਹੋਇਆ ਕਿਉਂਕਿ ਉਹ ਸਿੱਖ ਕਦਰਾਂ ਕੀਮਤਾਂ ਦੇ ਕਾਫੀ ਨੇੜੇ ਰਿਹਾ। ਮੁਕੰਮਲ ਤੌਰ ਤੇ ਇਹਨਾਂ ਨੂੰ ਮੰਨਣ ਵਾਲਾ ਨਾ ਬਣ ਸਕਿਆ, ਲੇਕਿਨ ਕਾਫੀ ਨੇੜੇ ਰਿਹਾ। ਉਸ ਤੋਂ ਬਾਅਦ ਸਾਡੇ ਵਿੱਚ ਇੱਕ ਰੌਂ ਚੱਲ ਪਈ ਕਿ ਅਸੀਂ ਇੱਕ ਲੀਡਰ ਦੇ ਉੱਤੇ ਸਾਡੀ ਸ਼ਰਧਾ ਜ਼ਿਆਦਾ ਵਧਣ ਲੱਗ ਪਈ ਰਣਜੀਤ ਸਿੰਘ ਕਰਕੇ। ਫਿਰ ਅਸੀਂ ਦੇਖਿਆ ਕਿ 49 ਤੋਂ ਬਾਅਦ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਪੰਜਾਬ ਦੇ ਉੱਤੇ, ਔਰ ਉਸ ਦੇ ਕਬਜ਼ੇ ਦੇ ਵਿੱਚੋਂ ਜਦੋਂ ਅਸੀਂ ਨਿਕਲਣ ਲਈ ਹੰਬੜੇ ਮਾਰ ਰਹੇ ਸਾਂ, ਗੁਰਦੁਆਰਾ ਮੂਵਮੈਂਟ ਚੱਲ ਰਹੀ ਸੀ, ਹੋਰ ਮੂਵਮੈਂਟਸ ਇੱਥੇ ਸੋਸ਼ਲ ਮੂਵਮੈਂਟਸ ਪੰਜਾਬ ਦੇ ਵਿੱਚ ਚੱਲ ਰਹੀਆਂ ਸਨ। ਉਸ ਵੇਲੇ ਕੀ ਹੋਇਆ ਕਿ ਅਸੀਂ ਇੱਕ ਲੀਡਰ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਕਿ ਜੀ ਇਹ ਫਲਾਨਾ ਲੀਡਰ ਹੈ ਜਿਹੜਾ ਕਿ ਸਾਡਾ ਉਧਾਰ ਕਰ ਸਕਦਾ ਹੈ। ਪਿਛਲੀ ਆਪਣੀ ਆਦਤ ਦੇ ਅਨੁਸਾਰ ਅਸੀਂ ਇੱਕ ਲੀਡਰ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਇੱਕ ਲੀਡਰ ਨੂੰ ਮਾਨਤਾ ਦੇਣ ਦਾ ਮਤਲਬ ਸੀਗਾ ਕਿ ਸਾਰੇ ਦਾ ਸਾਰਾ ਦਾਰੋ-ਮਦਾਰ ਕੌਮ ਦਾ ਉਸੇ ਲੀਡਰ ਦੇ ਉੱਤੇ ਮੁਨਹਸਰ ਸੀ। ਜੇ ਉਹ ਇਮਾਨਦਾਰ ਹੁੰਦਾ ਤਾਂ ਅਸੀਂ ਬਹੁਤ ਦੂਰ ਤੱਕ ਜਾ ਸਕਦੇ ਸਾਂ, ਜਿਸ ਤਰ੍ਹਾਂ ਕਿ ਅਸੀਂ ਗਏ। ਬਾਬਾ ਖੜਕ ਸਿੰਘ, ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਬੜੇ ਇਮਾਨਦਾਰ ਲੋਕ ਸਨ ਅਤੇ ਉਹ ਸਾਨੂੰ ਉਹਨਾਂ ਨੇ ਸਾਡੇ ਠੀਕ ਰਹਿਨੁਮਾਈ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਗੈਰਾ ਬਣੀ, ਇਤਿਹਾਦ ਅਸੀਂ ਬਾਕੀ ਖਾਲਸਾ ਦੀਵਾਨ ਅਤੇ ਕਈ ਸਾਰੀਆਂ ਸੰਸਥਾਵਾਂ ਬਣੀਆਂ ਜਿਹੜੀਆਂ ਕਿ ਸਿੱਖ ਧਰਮ ਦੀ ਰਾਖੀ ਵਾਸਤੇ ਉਸ ਵੇਲੇ ਮੁਕੰਮਲ ਤੌਰ ਦੇ ਉੱਤੇ ਕਾਬਲ ਸਨ। 1947 ਤੋਂ ਬਾਅਦ ਵੀ ਮਾਸਟਰ ਤਾਰਾ ਸਿੰਘ ਜੀ ਕਾਫੀ ਸਮੇਂ ਤੱਕ ਸਿੱਖ ਪੰਥ ਦੇ ਵਿੱਚ ਮਕਬੂਲ ਲੀਡਰ ਰਹੇ। 1960 ਤੱਕ ਉਹਨਾਂ ਦਾ ਤਕਰੀਬਨ ਯੁੱਗ ਸੀ। ਲੇਕਿਨ ਇਸ ਤੋਂ ਬਾਅਦ ਇਹ ਜਿਹੜੀ ਗੱਲ ਸੀ ਸਾਡੀ 1947 ਤੋਂ ਬਾਅਦ ਦੁਸ਼ਮਣ ਨੇ ਵੀ ਸਮਝਣੀ ਸ਼ੁਰੂ ਕਰ ਦਿੱਤੀ। ਜਿਸ ਤਰ੍ਹਾਂ ਕਿ ਇੱਥੇ ਪੰਜਾਬ ਅਸੈਂਬਲੀ ਦੇ ਵਿੱਚ ਹਿੰਦੂ ਸਿੱਖ ਲੀਡਰਾਂ ਨੇ ਮਿਲ ਕੇ ਔਰ ਖ਼ਾਸ ਤੌਰ 'ਤੇ ਸਿੱਖਾਂ ਨੇ ਇੱਕ ਅਪੀਲ ਕੀਤੀ ਕੇਂਦਰੀ ਸਰਕਾਰ ਨੂੰ ਕਿ ਜੋ ਸਾਡੇ ਬਣਦੇ ਅਧਿਕਾਰ ਹਨ ਉਹ ਸਾਨੂੰ ਦਿੱਤੇ ਜਾਣ ਅਤੇ ਜਿਹੜੇ ਸਿੱਖਾਂ ਨੂੰ ਇੱਕ ਖੁਦ ਮੁਖਤਿਆਰੀ ਦਿੱਤੀ ਜਾਵੇ ਤਾਂ ਕਿ ਇਹ ਸੰਤੁਸ਼ਟ ਰਹਿ ਸਕਣ ਨਵੇਂ ਦੇਸ਼ ਦੇ ਵਿੱਚ। ਉਸ ਦੇ ਉੱਤੇ ਸਿਰਫ ਪ੍ਰਤਾਪ ਸਿੰਘ ਕੈਰੋਂ ਨੇ ਦਸਤਖਤ ਨਹੀਂ ਕੀਤੇ, ਬਾਕੀ ਸਾਰੇ ਅਸੈਂਬਲੀ ਦੇ ਸਿੱਖ ਮੈਂਬਰਸ ਨੇ ਦਸਤਖਤ ਕਰ ਦਿੱਤੇ। ਅਤੇ ਜਦੋਂ ਕੋਈ ਕਿਸੇ ਸਿੱਖ ਨੂੰ ਚੀਫ ਮਿਨਿਸਟਰ ਬਣਾਉਣ ਦਾ ਸਮਾਂ ਆਇਆ ਤਾਂ ਉਸੇ ਪ੍ਰਤਾਪ ਸਿੰਘ ਕੈਰੋਂ ਨੂੰ ਚੁਣਿਆ ਗਿਆ। ਔਰ ਪ੍ਰਤਾਪ ਸਿੰਘ ਕੈਰੋਂ ਬੜਾ ਮਾਹਿਰ ਸੀ, ਗੱਲਾਂ ਬਾਤਾਂ ਦਾ, ਭਾਸ਼ਣ ਦੇਣ ਦਾ ਬੜਾ ਮਾਹਿਰ ਸੀ, ਔਰ ਉਹ ਪੇਂਡੂ ਦਿਲਾਂ ਤੱਕ ਪਹੁੰਚਣ ਦੀ ਤਰਕੀਬ ਜਾਣਦਾ ਸੀ। ਲੇਕਿਨ ਉਸਨੇ ਜੋ ਵੀ ਕੀਤਾ ਉਸ ਸਮੇਂ ਦੇ ਵਿੱਚ ਉਹ ਸਿੱਖਾਂ ਦੇ ਬਰਖਲਾਫ ਕੀਤਾ। ਜਿਸ ਤਰ੍ਹਾਂ ਕਿ ਉਸਨੇ ਉਸ ਵੇਲੇ ਇਹ ਬਰਦਾਸ਼ਤ ਕਰ ਲਿਆ ਕਿ ਸਾਰੇ ਦੇ ਸਾਰੇ ਜੋ ਪੰਜਾਬ ਤੋਂ ਉੱਜੜ ਕੇ ਦੂਸਰੇ ਪੰਜਾਬ ਤੋਂ ਉੱਜੜ ਕੇ ਲੋਕ ਜਿਹੜੇ ਆਏ ਸਨ ਉਹਨਾਂ ਨੂੰ ਸਿਰਫ ਪੰਜਾਬ ਦੇ ਵਿੱਚ ਵਸੇਬਾ ਦੇਣ ਦਾ ਜਿਹੜਾ ਸੀ ਦਸਤੂਰ, ਇਸ ਨੂੰ ਪ੍ਰਵਾਨ ਕਰ ਲਿਆ। ਉਸ ਤੋਂ ਪਹਿਲਾਂ ਵੀ ਚੀਫ ਮਿਨਿਸਟਰ ਹੋਏ ਸਨ ਜਿਨ੍ਹਾਂ ਨੇ ਪ੍ਰਵਾਨ ਕੀਤਾ, ਲੇਕਿਨ ਪ੍ਰਤਾਪ ਸਿੰਘ ਕੈਰੋਂ ਕੋਲੋਂ ਉਮੀਦ ਨਹੀਂ ਸੀ ਕਿਉਂਕਿ ਬਾਕੀ ਲੋਕ ਜਾ ਕੇ ਜਿੱਥੇ ਮਰਜ਼ੀ ਵਸ ਸਕਦੇ ਸਨ। ਸਿੱਖਾਂ ਵਾਸਤੇ ਸਿਰਫ ਇਹ ਪੰਜਾਬ ਦੇ ਵਿੱਚ ਵਸਾਉਣਾ ਹੀ ਉਹਨਾਂ ਦੀ ਹੋਣੀ ਤੈਅ ਹੋ ਗਈ। ਉਸ ਤੋਂ ਬਾਅਦ ਉਸਨੇ ਜਿੰਨੀ ਵੀ ਡਿਵੈਲਪਮੈਂਟ ਹੋਈ ਇੰਡਸਟਰੀ ਦੀ, ਉਹ ਫਰੀਦਾਬਾਦ ਔਰ ਦੂਸਰੇ ਜਗ੍ਹਾ ਦੇ ਉੱਤੇ ਜਿਹੜੀ ਕਿ ਹਿੰਦੀ ਬੋਲਦੇ ਇਲਾਕੇ ਸਨ ਉਹਨਾਂ ਦੇ ਵਿੱਚ ਕੀਤੀ। ਪੰਜਾਬ ਦੇ ਵਿੱਚ ਲੁਧਿਆਣੇ ਅਤੇ ਬਟਾਲੇ ਵਗੈਰਾ ਖੰਨੇ ਜਿਹੜੀ ਇੰਡਸਟਰੀ ਆਈ ਉਹ ਛੋਟੀ ਮੋਟੀ ਇੰਡਸਟਰੀ ਸੀ ਜਿਹੜੀ ਕਿ ਲੋਕ ਆਪੇ ਆਪਣੀ ਮਿਹਨਤ ਦੇ ਨਾਲ ਉਸਾਰਦੇ ਸਨ। ਅੰਮ੍ਰਿਤਸਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਈ ਯੂਨਿਟ ਬਣੇ। ਲੇਕਿਨ ਪ੍ਰਤਾਪ ਸਿੰਘ ਕੈਰੋਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਇੰਡਸਟਰੀ ਆਵੇ ਜਿਸ ਦੇ ਵਿੱਚ ਪੰਜਾਬੀ ਲੋਕਾਂ ਨੂੰ ਬੜੀ ਵੱਡੀ ਪੱਧਰ ਦੇ ਉੱਤੇ ਕੰਮ ਕਰਨ ਦਾ ਮੌਕਾ ਮਿਲੇ। ਸੋ ਇਸ ਤਰ੍ਹਾਂ ਨਾਲ ਉਹਨਾਂ ਨੇ ਹਿੰਦੁਸਤਾਨ ਦੇ ਨਵੇਂ ਰੂਲਰਸ ਨੇ, ਨਵੇਂ ਜੋ ਇੱਥੇ ਰਾਜ ਕਰਨ ਵਾਸਤੇ ਆਏ ਪੰਡਿਤ ਨਹਿਰੂ ਅਤੇ ਹੋਰ, ਉਹਨਾਂ ਨੇ ਮਾਸਟਰ ਤਾਰਾ ਸਿੰਘ ਨੂੰ ਰਿਪਲੇਸ ਕਰਕੇ
ਤੇ ਇਹੋ ਜਿਹਾ ਲੀਡਰ ਲਿਆਉਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਵਿੱਚ ਜਿਹੜਾ ਕਿ ਸਿੱਖਾਂ ਦੀ ਗੱਲ ਨਾ ਕਰੇ। ਤਾਂ ਉਹਨਾਂ ਨੂੰ ਸੁਖਾੜੀਆ ਨੇ, ਪ੍ਰਤਾਪ ਸਿੰਘ ਕੈਰੋਂ ਨੇ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਰਲ ਕੇ ਇੱਥੇ ਸੰਤ ਫਤਿਹ ਸਿੰਘ ਨੂੰ ਲਿਆਂਦਾ ਔਰ ਉਸ ਨੂੰ ਲੀਡਰ ਬਣਾਇਆ ਤਾਂ ਕਿ ਮਾਸਟਰ ਤਾਰਾ ਸਿੰਘ ਜੋ ਕਿ ਆਪਣੀ ਕੌਮ ਦੀ ਗੱਲ ਛੱਡਣ ਨੂੰ ਤਿਆਰ ਨਹੀਂ ਸੀ, ਪਿੱਛੇ ਹਟ ਜਾਣ ਤੇ ਉਹ ਫਤਿਹ ਸਿੰਘ ਇੱਥੇ ਕਾਮਯਾਬ ਹੋ ਜਾਵੇ। ਫਤਿਹ ਸਿੰਘ ਜੋ ਪੰਜਾਬੀ ਸੂਬਾ ਸੀ ਉਸ ਨੂੰ ਨਾ ਠੀਕ ਤਰ੍ਹਾਂ ਨਾਲ ਬਣਵਾ ਸਕਿਆ, ਉਸ ਦੇ ਵਿੱਚ ਨਾ ਕਾਮਯਾਬ ਰਿਹਾ। ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਔਰ ਸਾਡੇ ਦਰਿਆਵਾਂ ਦਾ ਪਾਣੀ ਤੇ ਸਾਡੀ ਰਾਜਧਾਨੀ ਦੇ ਉੱਤੇ ਡਾਕੇ ਪੈ ਗਏ ਔਰ ਇਹ ਕਿਸੇ ਹੋਰ ਦੇ ਪਰਾਏ ਹੋ ਗਏ। ਉਸ ਤੋਂ ਬਾਅਦ 1960 ਤੋਂ ਬਾਅਦ ਜਿੰਨੇ ਵੀ ਲੀਡਰ ਸਾਡੇ ਆਏ ਉਹ ਸੰਤ ਫਤਿਹ ਸਿੰਘ ਦੇ ਚੁਣੇ ਹੋਏ ਲੀਡਰ ਸਨ, ਯਾਨੀ ਕਿ ਉਸ ਦੀ ਜਿਹੜੀ ਛਾਪ ਸੀ ਉਹਨਾਂ ਦੇ ਉੱਤੋਂ ਸਾਫ਼ ਦਿਸਦੀ ਸੀ। ਉਹ ਕੇਂਦਰ ਨੂੰ ਖੁਸ਼ ਕਰਕੇ ਸਿੱਖਾਂ ਦੀਆਂ ਵੋਟਾਂ ਲੈ ਕੇ ਸਿਆਸਤ ਦੇ ਵਿੱਚ ਆਉਂਦੇ ਸਨ, ਕੇਂਦਰ ਨੂੰ ਖੁਸ਼ ਕਰਕੇ ਸਿਆਸਤ ਦੇ ਵਿੱਚ ਰਹਿਣਾ ਚਾਹੁੰਦੇ ਸਨ ਔਰ ਪੰਜਾਬ ਦੇ ਹਿੱਤਾਂ ਨੂੰ ਵਿਸਾਰ ਕੇ ਉਹ ਆਪਣੇ ਵਾਸਤੇ ਧਨ ਦੌਲਤ ਇਕੱਠੀ ਕਰਨ ਦੇ ਰਾਹ ਦੇ ਉੱਤੇ ਚੱਲੇ ਹੋਏ ਸਨ। ਜਿਸ ਤਰ੍ਹਾਂ ਭਾਈ ਗੁਰਦਾਸ ਨੇ ਕਿਹਾ ਹੈ ਕਿ ਕੁੱਤਾ ਰਾਜ ਬਿਠਾ ਲਈਏ ਵੀ ਚੱਕੀ ਚੱਟੀ, ਇਸ ਤਰ੍ਹਾਂ ਦਾ ਵਰਤਾਰਾ ਉਹਨਾਂ ਦਾ ਸੀ। ਸੰਤ ਜਰਨੈਲ ਸਿੰਘ ਜਦੋਂ ਆਉਂਦੇ ਨੇ ਸੀਨ ਦੇ ਉੱਤੇ, ਜਦੋਂ ਇਹ ਪੰਜਾਬ ਦੇ ਵਿੱਚ ਇਹਨਾਂ ਦਾ ਉਦੈ ਹੁੰਦਾ ਹੈ ਸੰਤ ਜਰਨੈਲ ਸਿੰਘ ਦਾ, ਤਾਂ ਉਸ ਵੇਲੇ ਹਾਲਤ ਇਹ ਸੀ ਕਿ ਸਿੱਖੀ ਨੂੰ ਬਹੁਤ ਸਾਰੇ ਲੋਕ ਤਿਲਾਂਜਲੀ ਦੇ ਚੁੱਕੇ ਸਨ ਔਰ ਪੰਜਾਬ ਦਾ ਬੁਰਾ ਹਾਲ ਸੀ। ਪੰਜਾਬੀ ਸੂਬਾ ਬਣ ਚੁੱਕਿਆ ਸੀ, ਲੇਕਿਨ ਇਸ ਦੀਆਂ ਬਹੁਤ ਸਾਰੀਆਂ ਅਸਾਸੇ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਉਹ ਬਾਹਰ ਰਹਿ ਗਏ ਸਨ ਤੇ ਜਿਹੜੀ ਲੀਡਰਸ਼ਿਪ ਸੀ ਉਹ ਕਿਸੇ ਤਰ੍ਹਾਂ ਵੀ ਇਸ ਰਾਹ ਦੇ ਚੱਲਣ ਨੂੰ ਤਿਆਰ ਨਹੀਂ ਸੀ ਕਿ ਪੰਜਾਬ ਵਾਸਤੇ ਆਪਣਾ ਹੰਭਲਾ ਮਾਰੇ ਔਰ ਪੰਜਾਬ ਨੂੰ ਆਪਣੇ ਪੈਰਾਂ ਦੇ ਉੱਤੇ ਖੜਾ ਕਰਨ ਦਾ ਯਤਨ ਕਰੇ। ਇਸ ਕਰਕੇ ਲੀਡਰਸ਼ਿਪ ਦੇ ਨਾਲ ਬਹੁਤ ਨਾਰਾਜ਼ ਸਨ ਲੋਕ। ਸੋ ਸੰਤ ਜਰਨੈਲ ਸਿੰਘ ਦਾ ਪਹਿਲਾ ਕੰਟਰੀਬਿਊਸ਼ਨ ਇਹ ਸੀ ਕਿ ਉਹਨਾਂ ਨੇ ਉਸ ਵੇਲੇ ਦੀ ਬੋਡਾ ਹੋ ਚੁੱਕੀ ਲੀਡਰਸ਼ਿਪ ਨੂੰ ਬਿਲਕੁਲ ਨਕਾਰ ਦਿੱਤਾ ਔਰ ਇਹੋ ਜਿਹਾ ਸਮਾਂ ਆ ਗਿਆ 1999 ਦੇ ਵਿੱਚ ਜਦੋਂ ਕਿ ਇਲੈਕਸ਼ਨ ਹੋਏ ਪਾਰਲੀਮੈਂਟ ਦੇ ਔਰ ਉਹਨਾਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਪੁਰਾਣੀ ਲੀਡਰਸ਼ਿਪ ਦਾ ਇੱਕ ਵੀ ਆਦਮੀ ਅੱਗੇ ਨਾ ਆ ਸਕਿਆ ਔਰ ਸਾਰੇ ਹਲਕਿਆਂ ਦੇ ਵਿੱਚ, ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਲੀਡਰ ਇਹਨਾਂ ਨੇ ਖੜੇ ਕੀਤੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਸੋ ਸੰਤ ਜਰਨੈਲ ਸਿੰਘ ਦਾ ਸਭ ਤੋਂ ਵੱਡਾ ਕੰਟਰੀਬਿਊਸ਼ਨ ਇਹ ਸੀ ਕਿ ਉਸ ਨੇ ਜਿਹੜੀ ਬੇਈਮਾਨ ਲੀਡਰਸ਼ਿਪ ਸੀ, ਜਿਹੜੀ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਨਹੀਂ ਸੀ, ਉਸ ਨੂੰ ਖਤਮ ਕਰਤਾ। ਸੰਤ ਜਰਨੈਲ ਸਿੰਘ ਦੀ ਵਿਰਾਸਤ ਸਾਡੇ ਕੋਲ ਇਹ ਸੀ ਕਿ ਉਹ ਬੋਡੀ ਲੀਡਰਸ਼ਿਪ ਨੂੰ ਪਰੇ ਸੁੱਟ ਕੇ ਲੋਕਾਂ ਦੇ ਲੀਡਰਾਂ ਨੂੰ, ਜੋ ਲੋਕ ਚਾਹੁੰਦੇ ਸਨ ਜਿਨ੍ਹਾਂ ਨੂੰ ਅੱਗੇ ਲਿਆਉਣਾ, ਉਹਨਾਂ ਨੂੰ ਅੱਗੇ ਲਿਆਉਣ ਦੇ ਵਿੱਚ ਸਾਡੀ ਕੌਮ ਦੀ ਮਦਦ ਕਰਕੇ ਗਏ ਸਨ ਔਰ ਉਹਨਾਂ ਤੋਂ ਬਾਅਦ ਸਾਡਾ ਫਰਜ਼ ਬਣਦਾ ਸੀ ਕਿ ਜਿਹੜੀ ਲੋਕਾਂ ਦੀ ਲੀਡਰਸ਼ਿਪ ਹੈ ਇਸ ਨੂੰ ਪ੍ਰਮੁੱਖ ਰੱਖਿਆ ਜਾਵੇ। ਲੇਕਿਨ ਉਹਨਾਂ ਦੇ ਜਾਂਦਿਆਂ ਹੀ ਸਾਡੀ ਕੋਸ਼ਿਸ਼ ਇਹ ਸ਼ੁਰੂ ਹੋ ਗਈ ਕਿ ਜਿਹੜਾ ਵਾਹਦ ਲੀਡਰ ਮਾਸਟਰ ਤਾਰਾ ਸਿੰਘ ਸੀ ਉਹਦੀ ਜਗ੍ਹਾ ਵਾਹਦ ਲੀਡਰ ਆ ਗਿਆ ਸੰਤ ਫਤਿਹ ਸਿੰਘ, ਉਸ ਦੀ ਜਗ੍ਹਾ ਆ ਗਈ ਇਹ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਦੇ ਜਿਹੜੇ ਨਾਲ ਦੇ ਸਹਿਯੋਗੀ ਸਨ, ਇਹ ਤਿਕੜੀ ਆ ਗਈ, ਤਲਵੰਡੀ ਟੌੜਾ ਤੇ ਬਲਵੰਤ ਸਿੰਘ ਤੇ ਬਰਨਾਲਾ, ਤੇ ਇਹ 4-5 ਲੀਡਰ ਜਿਹੜੇ ਸੀਗੇ ਇਹ ਉਸੇ ਭਾਵਨਾ ਦੇ ਉੱਤੇ ਇੱਕ ਲੀਡਰ ਨੂੰ ਉਭਾਰਨ ਦੇ ਚਾਵਾਂ ਦੇ ਨਾਲ ਇਹ ਸ਼ਕਤੀ ਦੇ ਵਿੱਚ ਆ ਗਏ। ਹੁਣ ਇਹਨਾਂ 4-5 ਲੀਡਰਾਂ ਦਾ ਉੱਭਰਨਾ ਵੀ ਇੱਕ ਸਾਡੇ ਵਾਸਤੇ ਚੰਗਾ ਸ਼ਗਨ ਨਹੀਂ ਸੀ, ਕਿਉਂਕਿ ਲੀਡਰਸ਼ਿਪ ਕਲੈਕਟਿਵ ਚਾਹੀਦੀ ਸੀ, ਸਾਰੇ ਦੇ ਹੱਥ ਦੇ ਵਿੱਚ ਚਾਹੀਦੀ ਸੀ। ਜਿਸ ਵੇਲੇ 1999-90 ਦੇ ਵਿੱਚ ਅਸੀਂ ਪਹੁੰਚਦੇ ਹਾਂ ਤਾਂ ਉਸ ਵੇਲੇ ਤੱਕ ਇਹ ਸਾਰੇ ਦੇ ਸਾਰੇ ਲੀਡਰ ਖਤਮ ਹੋ ਚੁੱਕੇ ਸਨ ਤੇ ਇੱਕ ਦਲ ਨੂੰ ਜਾਂ ਲੋਕਾਂ ਨੇ ਆਪਣੀ ਮਰਜ਼ੀ ਦੇ ਨਾਲ ਕੁਝ ਲੋਕ ਚੁਣ ਲਏ ਸਨ ਜਿਹੜੇ ਕਿ ਸਾਰਿਆਂ ਦੀ ਅਗਵਾਈ ਕਰਦੇ ਸਨ। ਹੁਣ ਅਸੀਂ ਉਸ ਤੋਂ ਬਾਅਦ ਸਾਡਾ ਕਰਨਾ ਕੀ ਬਣਦਾ ਸੀ? ਸਾਡਾ ਕਰਨਾ ਇਹ ਬਣਦਾ ਸੀ ਕਿ ਅਸੀਂ ਆਪਣੀ ਪਾਰਟੀ ਨੂੰ ਲੋਕ ਰਾਜੀ ਲੀਹਾਂ ਦੇ ਉੱਤੇ ਉਸਾਰਦੇ, ਜੋ ਇੱਕ ਪੁਰਖੀ ਰਾਜ ਹੈ ਇਸ ਨੂੰ ਅਸੀਂ ਖਤਮ ਕਰਦੇ, ਆਪਣੀ ਪਾਰਟੀ ਦੇ ਵਿੱਚ ਖਤਮ ਕਰਦੇ ਔਰ ਫਿਰ ਅਸੀਂ ਆਪਣੀ ਸਿਆਸਤ ਦੇ ਵਿੱਚ ਖਤਮ ਕਰਦੇ।
ਜਿਹੜਾ ਦਲ ਉਸ ਵੇਲੇ ਬਣਿਆ ਉਸ ਦੇ ਵਿੱਚ ਇੰਨੀ ਸ਼ਕਤੀ ਨਹੀਂ ਸੀ ਇਹ ਗੱਲ ਸਮਝਣ ਦੀ। ਉਸ ਵੇਲੇ ਮੈਂ ਬੜੀਆਂ ਬੇਨਤੀਆਂ ਕੀਤੀਆਂ ਤੇ ਇੱਕ ਨਹੀਂ 5-7 ਆਰਟੀਕਲ ਵੀ ਅਖਬਾਰਾਂ ਦੇ ਵਿੱਚ ਲਿਖੇ, ਜਿਹੜੇ ਕਿ ਬਾਅਦ ਦੇ ਵਿੱਚ ਮੈਂ ਆਪਣੀ ਕਿਤਾਬ ਸਿੰਘਨਾਥ ਦੇ ਵਿੱਚ ਪਾਏ। ਉਹਨਾਂ ਦੇ ਵਿੱਚੋਂ ਇੱਕ ਆਰਟੀਕਲ ਸੀ ਅਕਾਲੀ ਸਿਆਸਤ ਦੇ ਮੁੱਢਲੇ ਦੁਖਾਂਤ ਦਾ ਹੱਲ। ਇਹ ਦੁਖਾਂਤ ਕੀ ਹੈ ਤੇ ਇਸ ਦਾ ਹੱਲ ਕੀ ਹੈ। ਔਰ ਮੈਂ ਉਸ ਵੇਲੇ ਬੇਨਤੀ ਕੀਤੀ ਕਿ ਜੇ ਅਸੀਂ ਆਪਣੀ ਪਾਰਟੀ ਨੂੰ, ਸਿਆਸੀ ਪਾਰਟੀ ਨੂੰ ਇੱਕ ਲੋਕ ਰਾਜੀ ਕਦਰਾਂ ਕੀਮਤਾਂ ਦੇ ਅਨੁਸਾਰ ਦੁਬਾਰੇ ਉਸਾਰ ਲੈਂਦੇ ਹਾਂ, ਲੋਕਾਂ ਦੇ ਉੱਤੇ ਅਸੀਂ ਸਾਰਾ ਜਿਹੜਾ ਇਸ ਪਾਰਟੀ ਦਾ ਦਾਰੋ ਮਦਾਰ ਹੈ ਲੋਕਾਂ ਦੇ ਉੱਤੇ ਰੱਖਦੇ ਹਾਂ, ਜਿਹੜੀ ਸਾਡੀ ਨੀਂਹ ਹੈ ਉਹ ਲੋਕਾਂ ਦੇ ਉੱਤੇ ਰੱਖਦੇ ਹਾਂ, ਤਾਂ ਸਾਨੂੰ ਕਦੇ ਵੀ ਕੋਈ ਹਰਾ ਨਹੀਂ ਸਕੇਗਾ। ਔਰ ਅਸੀਂ ਏਸ਼ੀਆ ਦੇ ਵਿੱਚ ਇੱਕ ਵੱਡੀ ਤਾਕਤ ਬਣ ਕੇ ਉੱਭਰਾਂਗੇ, ਕਿਉਂਕਿ ਇਸ ਤਰ੍ਹਾਂ ਦੀ ਪਾਰਟੀ ਸਾਰੇ ਸੰਸਾਰ ਦੇ ਵਿੱਚ, ਸਾਰੇ ਏਸ਼ੀਆ ਦੇ ਵਿੱਚ ਉਸ ਵੇਲੇ ਕੋਈ ਵੀ ਨਹੀਂ ਸੀ ਔਰ ਸ਼ਾਇਦ ਅੱਜ ਵੀ ਨਹੀਂ ਹੈ। ਤਾਂ ਇਸ ਨੂੰ ਇੱਕ ਬਗਾਵਤ ਸਮਝਿਆ ਗਿਆ ਔਰ ਏਕਾਧਿਕਾਰ, ਇੱਕ ਪੁਰਖੀ ਲੀਡਰਸ਼ਿਪ ਨੂੰ ਫੇਰ ਦੁਬਾਰੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਜਿਹੜੇ ਉਸ ਆਦਮੀ ਨੂੰ ਸਿਆਸਤ ਦੇ ਵਿੱਚ ਜਿਹੜੇ ਪੈਂਤਰੇ ਸੂਤ ਬੈਠਦੇ ਸੀ, ਉਸਨੇ ਆਪਣੇ ਵਾਸਤੇ ਔਰ ਆਪਣੇ ਆਪ ਨੂੰ ਪ੍ਰਮੋਟ ਕਰਨ ਵਾਸਤੇ ਉਹ ਪੈਂਤਰੇ ਅਖਤਿਆਰ ਕੀਤੇ। ਤੇ ਜਿਹੜੀ ਸਿੱਖ ਪੰਥ ਨੂੰ ਜਾਂ ਕੌਮ ਨੂੰ ਜਿਨ੍ਹਾਂ ਦਾ ਫਾਇਦਾ ਹੁੰਦਾ ਸੀ, ਉਹ ਗੱਲਾਂ ਉਹ ਲੋਕ ਨਾ ਕਰ ਸਕੇ। ਮੈਂ 1988 ਅਗਸਤ ਤੋਂ ਲੈ ਕੇ ਤੇ 1999 1990 ਅਪ੍ਰੈਲ ਤੱਕ ਇਸ ਪਾਰਟੀ ਦੇ ਨਾਲ ਕੰਮ ਕੀਤਾ ਔਰ ਮੈਨੂੰ ਲੱਗਣ ਲੱਗਿਆ ਕਿ ਇਹਨਾਂ ਨੇ ਉਹੀ ਇੱਕ ਪੁਰਖੀ ਅਧਿਕਾਰ ਦੇ ਅਨੁਸਾਰ ਆਪਣੀ ਪਾਰਟੀ ਉਸਾਰ ਰਹੇ ਨੇ। ਤੇ ਫਿਰ ਮੈਨੂੰ ਉਸ ਪਾਰਟੀ ਨੂੰ ਛੱਡਣਾ ਪੈ ਗਿਆ। ਜਿਹੜੀਆਂ ਸਾਰੀਆਂ ਉਸ ਵੇਲੇ ਗੱਲਾਂ ਹੋਈਆਂ ਉਹ ਸਾਰੀਆਂ ਇਹੋ ਹੀ ਸਨ ਕਿ ਜੀ ਕਿਰਪਾਨ ਲੈ ਕੇ, ਕਿਰਪਾਨ ਦੀ ਬੜੀ ਮਹੱਤਤਾ ਹੈ, ਲਾਜ਼ਮੀ ਹੈ, ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਕਿਰਪਾਨ ਤੋਂ ਬਿਨਾਂ ਪਾਰਲੀਮੈਂਟ ਦੇ ਵਿੱਚ ਨਹੀਂ, 3 ਫੁੱਟੀ ਕਿਰਪਾਨ ਤੋਂ ਬਿਨਾਂ ਪਾਰਲੀਮੈਂਟ ਦੇ ਵਿੱਚ ਨਹੀਂ ਜਾ ਸਕਦੇ। ਤਾਂ ਸਾਰਾ ਜਿਹੜਾ ਉਸ ਵੇਲੇ ਦਾ ਧਿਆਨ ਕੇਂਦਰਿਤ ਕੀਤਾ ਗਿਆ ਉਹ ਸਿਰਫ ਇੱਕ ਆਦਮੀ ਦੇ ਉੱਤੇ ਕੀਤਾ ਗਿਆ। ਹੁਣ ਅੱਜ ਔਰ ਉਸ ਤੋਂ ਬਾਅਦ ਇਸ ਪਾਰਟੀ ਦਾ ਫੇਲ ਹੋਣਾ ਨੀਅਤ ਸੀ, ਤੈਅ ਸੀ, ਕਿਉਂਕਿ ਇਹ ਲੋਕ ਇਸ ਤਰ੍ਹਾਂ ਦੀ ਲੀਡਰਸ਼ਿਪ ਨੂੰ ਤਾਂ ਲੋਕਾਂ ਨੇ ਤਿਆਗਿਆ ਸੀ ਔਰ ਉਹ ਜਿਹੀ ਲੀਡਰਸ਼ਿਪ ਦੁਬਾਰੇ ਮੁੜ ਕੇ ਉਸਾਰ ਰਹੇ ਸਨ ਸਿੱਖ ਕੌਮ ਦੇ ਵਿੱਚ। ਸੋ ਇਸ ਨੂੰ ਇਸ ਤੋਂ ਬਚਣ ਵਾਸਤੇ ਕੁਝ ਉਪਰਾਲੇ ਨਾ ਹੋਏ ਤੇ ਮੁੜ ਕੇ ਫਿਰ ਉਹ ਜਿਹੜੀ ਪੁਰਾਣੀ ਮੋਢੀ ਲੀਡਰਸ਼ਿਪ ਸੀ, ਜਿਹਨੂੰ ਲੋਕ ਰਿਜੈਕਟ ਕਰ ਚੁੱਕੇ ਸਨ, ਕੂੜੇਦਾਨ ਦੇ ਵਿੱਚ ਸੁੱਟ ਚੁੱਕੇ ਸਨ, ਉਸੇ ਨੂੰ ਮੁੜ ਕੇ ਉਹਨਾਂ ਨੇ ਅਪਣਾ ਲਿਆ। ਫਿਰ ਹੁਣ ਇਹਨਾਂ ਸਮਿਆਂ ਦੇ ਵਿੱਚ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਇੱਕ ਪੰਥਕ ਅਸੈਂਬਲੀ ਬੈਠੀ। ਉਸ ਪੰਥਕ ਅਸੈਂਬਲੀ ਦੇ ਵਿੱਚ ਉਹਨਾਂ ਨੇ 2 ਸੈਸ਼ਨ ਕੀਤੇ, ਇੱਕ ਅੰਮ੍ਰਿਤਸਰ, ਇੱਕ ਲੁਧਿਆਣੇ। ਮੈਂ ਉਹਨਾਂ ਦੋਨੋਂ ਸੈਸ਼ਨ ਦੇ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਇਸ ਮੁਲਕ ਦੇ ਵਿੱਚ ਨਿਆਂ ਨਹੀਂ ਲੈ ਸਕਦੇ, ਕਿਉਂਕਿ ਜਿੱਥੇ ਨਿਆਂ ਦੇਣ ਦੀ ਪ੍ਰਕਿਰਿਆ, ਨਿਆਂ ਦੇ ਬਾਰੇ ਗੱਲਬਾਤ ਹੁੰਦੀ ਹੈ, ਜਿਨ੍ਹਾਂ ਦੀ ਗੱਲਬਾਤ ਸੁਣੀ ਜਾਂਦੀ ਹੈ, ਉਹਨਾਂ ਦੇ ਵਿੱਚ ਤੁਸੀਂ ਹੈ ਨਹੀਂ। ਉਹਨਾਂ ਦੇ ਵਿੱਚ ਉਹ ਲੋਕ ਹਨ ਜਿਹੜੇ ਕਿ ਤੁਹਾਡੀ ਸਿਆਸਤ ਨੂੰ ਵੇਚ ਕੇ ਆਪਣੇ ਆਪ ਸਾਰੇ ਆਪਣੇ ਫਾਇਦੇ ਉਠਾਉਣਾ ਚਾਹੁੰਦੇ ਨੇ ਔਰ ਉਹਨਾਂ ਨੇ ਭਰਪੂਰ ਫਾਇਦੇ ਉਠਾਏ ਨੇ। ਤੁਸੀਂ ਉਹਨਾਂ ਦੀ ਮਾਲੀ ਹਾਲਤ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਤੋਂ ਪਹਿਲਾਂ ਕਿਵੇਂ ਦੀ ਸੀ ਤੇ ਅੱਜ ਕਿਸ ਤਰ੍ਹਾਂ ਦੀ ਹੈ। ਉਹ ਸਾਰੀ ਗੱਲ ਤੁਹਾਨੂੰ ਸਪਸ਼ਟ ਹੋ ਜਾਏਗੀ। ਤੇ ਇਸ ਕਰਕੇ ਤੁਸੀਂ ਆਪਣੇ ਪਾਰਲੀਮੈਂਟ ਦੇ ਇਲੈਕਸ਼ਨ ਸਨ, ਪਾਰਲੀਮੈਂਟ ਦੇ ਵਿੱਚ ਬਹੁਤਾ ਕੋਈ ਲੋਕਾਂ ਨੂੰ ਇੰਟਰਸਟ ਵੀ ਨਹੀਂ ਹੁੰਦਾ ਤੇ ਦੂਸਰੇ ਵੀ ਜਿਹੜੇ ਖੜੇ ਹੁੰਦੇ ਆ ਉਹ ਵੀ ਕੋਈ ਇੰਨੀ ਇੰਟੈਂਸ ਪੋਲੀਟੀਕਲ ਐਕਟੀਵਿਟੀ ਨਹੀਂ ਹੁੰਦੀ ਉਹਨਾਂ ਦਿਨਾਂ ਦੇ ਵਿੱਚ। ਤਾਂ ਤੁਸੀਂ ਇਸ ਵੇਲੇ ਸਹਿਜੇ ਹੀ ਇਹ ਆਪਣਾ ਜਿਹੜਾ ਲੋਕ ਰਾਜੀ ਪੱਖ ਹੈ ਇਸ ਨੂੰ ਪ੍ਰਗਟ ਕਰ ਸਕਦੇ ਹੋ ਔਰ ਲੋਕਾਂ ਨੂੰ ਕਹੋ ਕਿ ਸਾਨੂੰ ਇਸ ਮੁਲਕ ਦੇ ਵਿੱਚ ਨਿਆਂ ਨਹੀਂ ਮਿਲ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਇੰਨੀ ਵੱਡੀ ਬੇਅਦਬੀ ਹੋਈ ਹੈ, ਲੇਕਿਨ ਇਸ ਦੇ ਬਾਵਜੂਦ ਵੀ ਸਾਨੂੰ ਨਿਆਂ ਨਹੀਂ ਮਿਲ ਰਿਹਾ ਤੇ ਇਸ ਮਸਲੇ ਦੇ ਉੱਤੇ ਵੀ ਸਾਨੂੰ ਨਿਆਂ ਨਹੀਂ ਮਿਲ ਰਿਹਾ। ਤੇ ਇਸ ਕਰਕੇ ਸਾਡਾ ਹੁਣ
ਇਸ ਮੁਲਕ ਦੇ ਵਿੱਚ ਜਿਹੜੀ ਸਾਡੀ ਹੋਂਦ ਹੈ ਇਸ ਦੇ ਉੱਤੇ ਹੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਅਸੀਂ ਇਸ ਦੇ ਵਿੱਚੋਂ ਨਿਕਲਣਾ ਹੈ ਤੇ ਅਸੀਂ ਲੋਕਾਂ ਦੇ ਲੀਡਰ ਪੈਦਾ ਕਰਨੇ ਨੇ ਤਾਂ ਕਿ ਉਹ ਜਾ ਕੇ ਕੇਂਦਰ ਦੇ ਅੱਗੇ ਸਿਰ ਸੁੱਟ ਕੇ ਉਹਨਾਂ ਦਾ ਹੁਕਮ ਨਾ ਮੰਨਣ ਲੱਗ ਪੈਣ ਤੇ ਆਪਣੇ ਬੰਦੇ ਖੜੇ ਕਰ ਦਿਓ। ਲੇਕਿਨ ਉਹ ਨਾ ਕਰ ਸਕੇ ਜਾਂ ਨਹੀਂ ਸੀ ਕਰਨਾ ਚਾਹੁੰਦੇ ਤੇ ਇਹੋ ਹੀ ਇਸੇ ਮੁੱਦੇ ਨੂੰ ਲੈ ਕੇ ਕਾਂਗਰਸ ਵਾਲਿਆਂ ਨੇ ਬੜਾ ਰੌਲਾ ਸਾਹਿਬ ਦੀ ਔਰ ਇਸ ਤਰ੍ਹਾਂ ਇਹ ਬੜੇ ਮਾੜੇ ਲੋਕ ਹਨ ਔਰ ਉਸੇ ਮੁੱਦੇ ਦੇ ਉੱਤੇ ਉਹਨਾਂ ਨੇ ਕਾਫੀ ਸਾਰੀਆਂ ਸੀਟਾਂ ਪਾਰਲੀਮੈਂਟ ਦੇ ਵਿੱਚ ਜਿੱਤ ਲਈਆਂ। ਹੁਣ ਵੀ ਥੋੜ੍ਹੇ ਸਾਲਾਂ ਬਾਅਦ ਫਿਰ ਦੁਬਾਰੇ ਇਲੈਕਸ਼ਨ ਆਉਣ ਵਾਲੇ, ਚੋਣਾਂ ਆਉਣ ਵਾਲੀਆਂ। ਹੁਣ ਆਪਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਨਾਲ ਲੋਕ ਰਾਜੀ ਲੀਹਾਂ ਦੇ ਉੱਤੇ ਨਹੀਂ ਚਲਾ ਸਕੇ, ਹੁਣ ਸਾਨੂੰ ਉੱਥੋਂ ਹੀ ਫਿਰ ਸ਼ੁਰੂ ਕਰਨਾ ਚਾਹੀਦਾ ਹੈ। ਅਸੀਂ ਹੁਣ 2 ਸਾਲ ਦਾ ਸਮਾਂ ਸਾਡੇ ਕੋਲ ਹੈ। ਹੁਣ ਅਸੀਂ ਇਹ ਕਰੀਏ ਕਿ ਅਸੀਂ ਲੋਕਾਂ ਦੇ ਕੋਲ ਜਾਈਏ। ਅਸੀਂ ਅਗਾਂਹ ਨੂੰ ਜੇ ਸਿਆਸੀ ਤਾਕਤ ਲੈਣੀ ਹੈ ਤਾਂ ਸਾਨੂੰ ਕੀ ਕਰਨਾ ਪਏਗਾ ਕਿ ਸਾਨੂੰ ਅੱਜ 50, 60, 100, 30, 40 ਜਿੰਨੇ ਵੀ ਅਸੀਂ ਕਰ ਸਕਦੇ ਹਾਂ ਉਹ ਇਮਾਨਦਾਰ ਲੋਕ ਜਿਨ੍ਹਾਂ ਦਾ ਆਪਣਾ ਕੋਈ ਇੰਟਰਸਟ ਨਾ ਹੋਵੇ, ਜਿਹੜੇ ਕਿ ਆਪਣੇ ਆਪ ਖੜੇ ਹੋਣ ਦੇ ਚਾਹਵਾਨ ਨਾ ਹੋਣ। ਪਿਛਲੇ ਇਲੈਕਸ਼ਨ ਦੇ ਵਿੱਚ ਤੁਸੀਂ ਦੇਖਿਆ ਸੀਗਾ ਕਿ ਜਿੰਨੇ ਵੀ ਖੜੇ ਹੋਏ ਪੰਜਾਬ ਦੇ ਵਿੱਚ ਲੋਕ, ਉਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਘੱਟ ਵੋਟਾਂ ਨਾਲ ਹਾਰੇ ਤੇ ਜਿਹੜੇ ਜਿੱਤੇ ਉਹਨਾਂ ਦੇ ਵਿੱਚ ਜ਼ਿਆਦਾਤਰ ਪਾਰਟੀਆਂ ਦੇ ਪ੍ਰਧਾਨ ਸਨ। ਇੱਧਰਲੇ ਪਾਸੇ ਲੁਧਿਆਣੇ ਤੋਂ ਲਈਏ ਤਾਂ ਬੈਂਸ ਸਾਹਿਬ ਆਪਣੀ ਪਾਰਟੀ ਦੇ ਪ੍ਰਧਾਨ ਖੜੇ ਹੋ ਗਏ। ਅਗਾਂਹ ਜਾਈਏ ਬਠਿੰਡੇ ਤਾਂ ਖਹਿਰਾ ਸਾਹਿਬ ਆਪਣੀ ਪਾਰਟੀ ਦੇ ਪ੍ਰਧਾਨ ਖੜੇ ਹੋ ਗਏ। ਪਟਿਆਲੇ ਦੇ ਵਿੱਚ ਧਰਮਵੀਰ ਗਾਂਧੀ ਸਾਹਿਬ ਆਪਣੀ ਪਾਰਟੀ ਦੇ ਪ੍ਰਧਾਨ ਖੜੇ ਹੋ ਗਏ। ਅਗਾਂਹ ਜਾਈਏ ਸਿਮਰਨਜੀਤ ਸਿੰਘ ਮਾਨ ਸੰਗਰੂਰ ਦੇ ਵਿੱਚ ਆਪਣੀ ਪਾਰਟੀ ਦੇ ਤਰਫੋਂ ਖੜੇ ਹੋ ਗਏ। ਅੱਗੇ ਜਾਓ ਤਾਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੜੇ ਹੋ ਗਏ ਫਿਰੋਜ਼ਪੁਰ ਤੋਂ ਔਰ ਉਹਨਾਂ ਦੇ ਸੁਪਰ ਪ੍ਰਧਾਨ ਬਠਿੰਡੇ ਤੋਂ ਖੜੇ ਹੋ ਗਏ। ਸੋ ਇਸ ਤਰ੍ਹਾਂ ਨਾਲ ਲੋਕਾਂ ਦੇ ਵਿੱਚ ਇੰਪਰੈਸ਼ਨ ਫਿਰ ਇਹ ਗਿਆ ਕਿ ਇਹ ਲੋਕ ਤਾਂ ਆਪਣਾ ਰਾਜ ਚਾਹੁੰਦੇ ਨੇ, ਇਹ ਸਾਡੇ ਬਾਰੇ ਤਾਂ ਇਹਨਾਂ ਨੂੰ ਕਿਸੇ ਨੂੰ ਕੋਈ ਫਿਕਰ ਨਹੀਂ। ਹੁਣ ਸਾਨੂੰ ਲੋੜ ਹੈ ਕਿ ਅਸੀਂ 10, 20, 30, 50 ਬੰਦੇ ਇਹੋ ਜਿਹੇ ਕੱਢੀਏ ਜਿਨ੍ਹਾਂ ਦਾ ਸਿਰਫ ਪੰਜਾਬ ਦੀ ਸਿਆਸਤ ਨੂੰ ਪੈਰਾਂ ਸਿਰ ਕਰਨ ਦਾ ਮਕਸਦ ਹੋਵੇ ਔਰ ਇਸ ਤੋਂ ਇਲਾਵਾ ਕੋਈ ਮਕਸਦ ਨਾ ਹੋਵੇ, ਜਿਨ੍ਹਾਂ ਨੂੰ ਲਾਲਚ ਕਿਸੇ ਕਿਸਮ ਦਾ ਨਾ ਹੋਵੇ। ਇਹੋ ਜਿਹੇ ਬੰਦੇ ਅਸੀਂ ਕੱਢੀਏ ਔਰ ਫਿਰ ਉਹਨਾਂ ਕੋਲੋਂ ਇੱਕ ਕਨਵੈਨਸ਼ਨ ਕਰਕੇ ਉਹਨਾਂ ਕੋਲੋਂ ਇੱਕ ਫਤਵਾ ਲਈਏ ਕਿ ਜੀ ਆਹ 15 ਬੰਦੇ ਅਸੀਂ ਚੁਣ ਕੇ ਦਿੱਤੇ ਆ ਤੁਹਾਨੂੰ, ਜਿਹੜੇ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ, ਆਉਣ ਵਾਲੀਆਂ ਚੋਣਾਂ ਦੇ ਵਿੱਚ ਪੰਥਕ ਚੋਣ ਬੋਰਡ ਦੇ ਤੌਰ ਦੇ ਉੱਤੇ ਫੰਕਸ਼ਨ ਕਰਨਗੇ ਔਰ ਇਹ ਲੋਕਾਂ ਨੂੰ ਟਿਕਟਾਂ ਵੰਡਣਗੇ। ਇਹ ਆਪਣੇ ਪਰਿਵਾਰਾਂ ਨੂੰ ਛੱਡ ਕੇ ਬਾਕੀ ਜੋ ਵੀ ਉੱਥੋਂ ਦਾ ਬੰਦਾ ਹੋਏਗਾ ਸਿਰ ਕੱਢ ਔਰ ਲੋਕਾਂ ਨੂੰ ਪ੍ਰਵਾਨ ਹੋਏਗਾ ਉਸ ਨੂੰ ਖੜਾ ਕਰਨਗੇ। ਇਹ ਐਕਸਪੈਰੀਮੈਂਟ ਮੈਂ 1999 ਦੇ ਵਿੱਚ 90 ਦੇ ਵਿੱਚ ਕੀਤਾ ਸੀ ਕਿ ਲੰਬੀ ਹਲਕੇ ਦੇ ਵਿੱਚ 50-56 ਪਿੰਡ ਸਨ। ਉਹਨਾਂ ਸਾਰੇ ਪਿੰਡਾਂ ਦੇ 5-5, 4-4, 6-6 ਨੁਮਾਇੰਦੇ ਮੈਂ ਲੰਬੀ ਗੁਰਦੁਆਰਾ ਹੈ ਗੋਲ ਗੁਰਦੁਆਰਾ ਸੜਕ ਦੇ ਉੱਤੇ ਉਸ ਦੇ ਉੱਤੇ ਬੁਲਾ ਲਏ ਸਨ ਔਰ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਆਪਣੇ ਵਿੱਚੋਂ ਕੋਈ ਵੀ ਬੰਦਾ ਚੁਣ ਕੇ ਸਾਨੂੰ ਦਿਓ, ਅਸੀਂ ਉਸ ਨੂੰ ਲੰਬੀ ਤੋਂ ਖੜਾ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਆਪਸ ਦੇ ਵਿੱਚ ਗੱਲਬਾਤ ਕਰਕੇ ਤੇ ਸਾਨੂੰ ਇੱਕ ਜਥੇਦਾਰ ਜਗਜੀਤ ਸਿੰਘ ਭੀਟੀ ਵਾਲਾ ਦਿੱਤਾ ਸੀ ਔਰ ਬੜਾ ਚੰਗਾ ਇਮਾਨਦਾਰ ਆਦਮੀ ਹੈ ਉਹ, ਉਸੇ ਨੂੰ ਅਸੀਂ ਅਸੈਂਬਲੀ ਦੇ ਵਿੱਚ ਖੜਾ ਕਰ ਦਿੱਤਾ। ਸੋ ਇਸ ਤਰ੍ਹਾਂ ਨਾਲ ਇੱਕ ਐਕਸਪੈਰੀਮੈਂਟ ਕੀਤਾ ਜਾਵੇ। ਅੱਜ ਦੇ ਸਾਡੇ ਕੋਲੇ ਹੋਰ ਚਾਰਾ ਵੀ ਕੋਈ ਨਹੀਂ, ਕਿਉਂਕਿ ਜੇ ਅਸੀਂ 2.5 ਸਾਲ 3 ਸਾਲ ਤਾਂ ਅਸੀਂ ਗਵਾ ਲਏ, ਕੁਛ ਨਹੀਂ ਕਰ ਸਕੇ। ਜੇ ਅਸੀਂ ਆਉਂਦੇ 2 ਸਾਲਾਂ ਦੇ ਵਿੱਚ ਵੀ ਕੁਛ ਨਾ ਕਰ ਸਕੇ ਤਾਂ ਫਿਰ ਸਾਨੂੰ ਤੀਸਰੀ ਵਾਰੀ ਉਹੀ ਲੀਡਰਸ਼ਿਪ ਝੇਲਣੀ ਪਏਗੀ ਜਿਹੜੀ ਨੂੰ ਅਸੀਂ ਬਾਰ-ਬਾਰ ਰੱਦ ਕਰ ਚੁੱਕੇ ਹਾਂ ਔਰ ਜਿਨ੍ਹਾਂ ਦਾ ਰਿਕਾਰਡ ਇਹ ਹੈ ਕਿ ਉਹਨਾਂ ਨੇ ਆਪਣੇ ਘਰ ਭਰਨ ਤੋਂ ਇਲਾਵਾ ਕਦੇ ਵੀ ਕੋਈ ਨਾ ਪੰਥਕ ਤੇ ਨਾ ਕੋਈ ਸਿੱਖੀ ਦਾ ਕੰਮ ਕੀਤਾ ਹੈ, ਨਾ ਕੋਈ ਧਰਮ ਦਾ ਕੰਮ ਕੀਤਾ ਹੈ, ਨਾ ਕੋਈ ਪੰਜਾਬ ਦਾ ਕੰਮ ਕੀਤਾ ਹੈ। ਪੰਜਾਬ ਦਾ ਵੀ ਕੁਛ ਨਹੀਂ ਉਹਨਾਂ ਨੇ ਸਵਾਰਿਆ। ਘੁੰਮਣ ਘੇਰੀ ਦੇ ਵਿੱਚ ਫਸੇ ਹੋਏ ਆ ਕਿ ਅਕਾਲੀ ਆ ਗਏ ਤੇ ਕਾਂਗਰਸੀ ਚਲੇ ਗਏ ਤੇ
अकाली चले गए तो कांग्रेसी आ गए। सो इस तो विचों निकलण वास्ते ये एक फॉर्मूला है जो कि बड़ा कारगर साबित हो सकता है। पुराने समय एक बार इस तरह होया सी कि परशुराम ने किसी गलों नाराज़ होकर, आप सारे जानते हैं इस करके वो कहानी दे विच नहीं मैं जांदा, नाराज़ होके ते खत्तरियां दा, क्षत्री जिसनूं कहंदे सी कि जिहड़े लड़ाकू लोग सन उन्हां दा घाण करता सी। 20-22 वार उसने सारे हिंदुस्तान दे विच खत्तरी खत्म कर दिते सन। नतीजा की होया कि बाहरले लोगों के हमले होने लगे। फिर इन्हां लोगों ने सोचा कि हुण की करिए, हुण तां असीं कुछ इन्हां दा मुकाबला करन दे काबिल नहीं। तो माउंट आबू के उत्ते जो राजस्थान गुजरात बॉर्डर के उत्ते है, उत्थे एक कॉन्फ्रेंस हुई इन्हां दे आगूआं दी, और इन्हां ने उत्थे घाह के पुतले बनाए, उन्हां दे उत्ते मिट्टी का लेप करके उन्होंने कहते हैं कि असी इस भट्ठी के विच तपा के ते जड़े 4 राजपूत जिन्होंने अग्निकुल कहते हैं, चौहान इतिहाद, वो इन्होंने प्रगट किए और उन्होंने तलवारां दे के उत्थों ही रण दे विच भेज दिता कि जाके दुश्मनों का मुकाबला करो। साडे समय दे विच साडी संदर्भ दे विच सच्चे पातशाह ने 1699 की विसाखी नूं यही काम किया सी। उन्होंने भी देखा सी कि खत्तरियां दा धर्म छोड़िया, जिस तरह गुरु नानक साहब फरमा गए सन, खत्तरियां दा धर्म छोड़िया ते मलेश पाख्या गई। उन्होंने उन्हां दे नाल मिल गए जिहड़े कि दूसरी बोली बोलते, साडी बोली नहीं बोलते, उन्हां दी जिन्हों कहते हैं मलेश कहते हैं, जिन्हों मैली इच्छा वाले कहते हैं, उन्हां दे नाल मिल के ये सानू एक्सप्लॉइट कर रहे हैं। साडी एक्सप्लॉइटेशन हो रही सी। उसनूं रोकण वास्ते सच्चे पातशाह ने 1699 दे विच विसाखी के दिन खालसा साजिया सी। जिहड़े लोग दलित सन, डिप्राइव्ड सन, जिहड़े जिन्हां दा कोई वाली वारस नहीं सी, जिनकी जात वर्ण कुल माहे, सरदारी ना भई कदाही, तिन ते गए सरदार बनाऊं, राज करन को वल समझाऊं। इस उद्देश के नाल सच्चे पातशाह ने वो कौम साजी सी। अज फिर समा आ गया, साडे कोले समर्था उन्हां दी बख्शी हुई हैगी खालसे दे कोल, और खालसे दे जिहड़े रिप्रजेंट करते हैं 15, 20, 50, 100 बंदे जे एक कन्वेंशन दे विच इकट्ठे होके ईमानदारी नाल खालसे दे आदर्श के उत्ते चलन, तो अज फिर असी एक लोक राज इस पंजाब दे विच स्थापित कर सकते हैं। और जिहड़े साडे न्याय ते हक बनते हैं उन्होंने असी बड़े जोर शोर नाल अपने बलबूते लै सकते हैं। ये लोगों के कोल जाके मिन्नतां करन दी ते उन्हां दी लकड़ियां कड्ढण दी अदालतां दे सामने सानूं लोड़ ना रहे। साडे नाल फिर साडे जाओ जलाल नूं देख के कोई अन्याय साडे नाल कर ही ना सके। सो इन्नी क बेनती करदा होया मैं सारे पंथ नूं अपील करदा कि जे हो सकदा है तां इहो जिहा एक सिस्टम बना लिया जाए कि असी इस इलैक्शन दे विच आउण वाले जिन्ने भी इस तो बाद इलैक्शन हैं उन्हां दे विच लोकां दे असली नुमाइंदे जिन्हां नूं लोक चाहुंदे ने उन्हां नूं लिया के उन्हां जगह दे उत्ते रखीए जिथे सारे फैसले हुंदे ने, तां कि फैसले साडी कौम दे हक दे विच होण, ना कि सानूं धन वास्ते मालो माल करन वास्ते उन्हां लोकां नूं लीडर लोकां नूं कोई अहमियत देने वास्ते जिहड़े फैसले हुंदे ने वो उस तरह के फैसले ना होण। ये ऐन संभव है, अज भी हो सकता है, कल भी हो सकता है, लेकिन इस दे उत्ते समा गवाउणा वाजिब नहीं। इन्नी क बेनती करदा होया मैं फतेह बुलाउणा। वाहिगुरू जी का खालसा, वाहिगुरू जी की फतेह। उड़ जा बोलिया पंछिया, इथों उड़ जा बोलिया पंछिया, वे तू अपनी जान बचा। इथे कर कर पाया गड्डियां, इथे कर कर पाया गड्डियां, वे तू चुरियां हेठ ना इथे डाके बन दुपहर नूं, इथे डाके